हाँ जी स्टूडेंट्स वेलकम करते हैं ਤੁਹਾਡਾ ਤੂੰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਜਿਹੜੇ ਕਿ ਕੰਪਿਊਟਰ ਸਾਇੰਸ ਦੇ 1 ਮਾਰਕਸ ਵਾਲੇ ਕੁਐਸਚਨ ਆਨਸਰ, ਜਿਹਦੇ ਵਿੱਚ ਤੁਹਾਡੇ MCQs, ਫਿਲਿੰਗ ਦਾ ਬਲੈਂਕਸ, ਟਰੂ ਫਾਲਸ ਤੇ ਫੁੱਲ ਨੇਮ, ਫੁੱਲ ਫਾਰਮਸ, ਠੀਕ ਹੈ, ਤੇ ਸ਼ਾਰਟਕਟ ਕੀਜ਼, ਇਹ ਟੋਟਲ ਹੀ ਇਸ ਵੀਡੀਓ 'ਚ ਡਿਸਕਸ ਕਰਾਂਗੇ ਆਲ ਚੈਪਟਰਸ ਦਾ, ਕਿਉਂਕਿ ਤੁਹਾਡੇ 9 ਚੈਪਟਰ ਨੇ, ਹਰ ਇੱਕ ਚੈਪਟਰ 'ਚ ਤੁਹਾਨੂੰ ਕੁਐਸਚਨ ਆਉਣੇ ਨੇ। ਤੇ ਜਿਹੜਾ ਲਾਸਟ ਵਾਲਾ 9 ਚੈਪਟਰ ਨੰਬਰ 8th ਤੇ 9th, ਇਹਨਾਂ ਦੇ ਵਿੱਚੋਂ ਤਾਂ 3 ਕੁਐਸਚਨ ਆਉਣੇ ਨੇ ਸ਼ਾਰਟ, ਠੀਕ ਹੈ। ਆਪਾਂ 1 ਮਾਰਕਸ ਵਾਲੀ ਇਸ ਵੀਡੀਓ 'ਚ ਡਿਸਕਸ ਕਰਾਂਗੇ। ਤੇ ਹਾਂਜੀ, ਫਸਟ ਹੈ ਡੈਸ਼ ਇਜ਼ ਵਰਡ ਪ੍ਰੋਸੈਸਰ ਸੋਫਟਵੇਅਰ। ਤੇ ਇਹਨਾਂ ਵਿੱਚ ਵਰਡ ਪ੍ਰੋਸੈਸਰ ਸੋਫਟਵੇਅਰ ਕਿਹੜਾ? ਤਾਂ MS ਵਰਡ। ਵਰਡ ਪ੍ਰੋਸੈਸਰ ਸੋਫਟਵੇਅਰ ਕਿਹੜਾ? MS ਵਰਡ। ਅੱਗੇ ਹੈ ਟੂ ਚੈੱਕ ਸਪੈਲਿੰਗ ਐਂਡ ਗ੍ਰਾਮਰ ਡੈਸ਼ ਕੀ ਯੂਜ਼ਡ, ਤਾਂ F7। ਗ੍ਰਾਮਰ ਦੇ ਸਪੈਲਿੰਗ ਚੈੱਕ ਕਰਨ ਲਈ, ਗ੍ਰਾਮਰ ਤੇ ਸਪੈਲਿੰਗ ਚੈੱਕ ਕਰਨ ਲਈ ਕਿਹੜੀ ਕੀ ਯੂਜ਼ ਕਰਦੇ ਆਪਾਂ? F7। ਡੈਸ਼ ਆਪਸ਼ਨ ਇਜ਼ MS ਵਰਡ ਚੇਂਜ ਦਾ ਸਟਰਕਚਰ ਆਫ ਐਂਡ ਲੇਆਊਟ ਆਫ ਪੇਜਸ। ਹਾਂਜੀ, ਕਿਹੜਾ ਆਪਸ਼ਨ ਹੈ ਜਿਹੜੇ ਕਿ MS ਵਰਡ ਦੇ ਵਿੱਚ ਚੇਂਜਸ ਦਾ ਸਟਰਕਚਰ ਤੇ ਪੇਜ ਦੇ ਲੇਆਊਟ ਚੇਂਜ ਕਰਦਾ, ਲੇਆਊਟ ਆਫ ਪੇਜਸ, ਤਾਂ ਇਹਦੇ ਵਿੱਚੋਂ ਆ ਜਾਊਗਾ ਪੇਜ ਸੈਟਅਪ। ਫੋਰਥ ਹੈ ਡੈਸ਼ ਇਜ਼ ਇਲੈਕਟ੍ਰੋਨਿਕ ਸਪਰੈਡਸ਼ੀਟ ਸੋਫਟਵੇਅਰ ਯੂਜ਼ਡ ਫੋਰ ਆਟੋਮੈਟਿਡ ਕੈਲਕੂਲੇਸ਼ਨ ਦੇ ਲਈ ਕਿਹੜਾ? ਤੇ ਇਹਦੇ ਵਿੱਚ ਕੈਲਕੂਲੇਸ਼ਨ ਦੇ ਲਈ ਆ ਜਾਊਗਾ MS ਐਕਸਲ। ਨੈਕਸਟ ਹੈ ਡੈਸ਼ ਰੈਫਰਸ ਟੂ ਚੇਂਜਿੰਗ ਦਾ ਫੌਂਟ ਸਟਾਈਲ, ਸਾਈਜ਼, ਕਲਰ, ਬੋਲਡ, ਇਟੈਲਿਕ, ਅੰਡਰਲਾਈਨ ਐਂਡ ਅਦਰ ਰਿਲੇਟਡ ਪੈਰਾਮੀਟਰਸ। ਤੇ ਇਹਦੇ ਵਿੱਚੋਂ ਆ ਜਾਊਗਾ ਫਾਰਮੈਟਿੰਗ। ਨੈਕਸਟ ਫਿਲਿੰਗ ਦਾ ਬਲੈਂਕਸ ਨੇ ਡੈਸ਼ ਐਂਡ ਡੈਸ਼ ਫੰਕਸ਼ਨਸ ਆਰ ਯੂਜ਼ ਟੂ ਫਾਈਂਡ ਦਾ ਮਿਨੀਮਮ ਐਂਡ ਮੈਕਸੀਮਮ। ਮਿਨੀਮਮ ਤੇ ਮੈਕਸੀਮਮ ਦੇ ਲਈ ਤਾਂ ਇਹਦੇ ਵਿੱਚ ਆ ਜਾਊਗਾ MIN ਮਿਨ, ਤੇ ਇੱਥੇ ਮੈਕਸ। ਪਹਿਲੇ ਦੇ ਵਿੱਚ ਮਿਨ, ਦੂਜੇ 'ਚ ਮੈਕਸ। ਅੱਗੇ ਹੈ ਫਿਲਟਰ ਆਪਸ਼ਨ ਇਜ਼ ਅਵੇਲੇਬਲ ਇਨ ਡੈਸ਼ ਟੈਬ ਆਫ ਐਕਸਲ। ਹਾਂਜੀ, ਫਿਲਟਰ ਆਪਸ਼ਨ ਕਿੱਥੇ ਅਵੇਲੇਬਲ ਹੁੰਦੀ ਆ? ਤਾਂ ਇਹਦੇ ਵਿੱਚੋਂ ਜਿਹੜੇ ਕਿ ਰਾਈਟ ਆਨਸਰ ਆ ਜਾਊਗਾ ਡਾਟਾ ਟੈਬ ਦੇ ਵਿੱਚ। ਅੱਗੇ ਹੈਗਾ ਇਫ ਦਾ ਕਰਸਰ ਇਜ਼ ਪਲੇਸਡ ਐਟ ਦਾ ਐਂਡ ਆਫ ਦਾ ਫਾਈਲ। ਜੇ ਮਤਲਬ ਕਿ ਫਾਈਲ ਦੇ ਐਂਡ ਦੇ ਵਿੱਚ ਕਰਸਰ ਨੂੰ ਆਪਾਂ ਪਲੇਸਡ ਕਰਦੇ ਹਾਂ, ਦੈਨ ਡੈਸ਼ ਬਟਨ ਇਜ਼ ਪ੍ਰੈਸਡ ਟੂ ਡਿਲੀਟ ਦਾ ਟੈਕਸਟ। ਤਾਂ ਟੈਕਸਟ ਨੂੰ ਡਿਲੀਟ ਕਰਨ ਲਈ ਆਪਾਂ ਕੀ ਵਰਤਾਂਗੇ? ਤਾਂ ਬੈਕ ਸਪੇਸ। ਨੈਕਸਟ ਹੈ ਟੂ ਆਪਸ਼ਨਸ ਆਫ ਓਰੀਐਂਟੇਸ਼ਨਸ ਫੋਰ ਪੇਜ ਸੈਟਅਪ ਆਰ ਡੈਸ਼ ਐਂਡ ਡੈਸ਼। ਤੇ ਇਹਦੇ ਵਿੱਚ ਕੀ ਆ ਜਾਊਗਾ? ਪੋਰਟਰੇਟ ਐਂਡ ਲੈਂਡਸਕੇਪ। ਪੋਰਟਰੇਟ ਐਂਡ ਲੈਂਡਸਕੇਪ। ਅੱਗੇ ਡੈਸ਼ ਇਜ਼ ਦਾ ਸਿੰਬਲ ਟੂ ਸਟਾਰਟ ਐਨੀ ਫਾਰਮੂਲਾ ਫੰਕਸ਼ਨ ਇਨ ਐਕਸਲ ਕੈਲਕੂਲੇਸ਼ਨ। ਤੇ ਇਹਦੇ ਵਿੱਚ ਆ ਜਾਊਗਾ ਇਕੁਅਲ। ਅੱਗੇ ਸ਼ਾਰਟਕਟ ਕੀਜ਼ ਨੇ ਫੋਰ ਕਾਪਿੰਗ ਕੰਟੈਂਟ, ਕੋਈ ਵੀ ਕੰਟੈਂਟਸ ਨੂੰ ਕਾਪੀ ਕਰਨ ਦੇ ਲਈ। ਸ਼ਾਰਟਕਟ ਕੀਜ਼ ਕਾਪੀ ਕਰਨ ਦੇ ਲਈ ਕਾਪਿੰਗ ਕੰਟੈਂਟਸ, ਤੇ ਇਹਦੇ ਵਿੱਚ ਆ ਜਾਊਗਾ ਕੰਟਰੋਲ ਪਲੱਸ ਸੀ। ਤੇ ਫੋਰ ਪੇਸਟ ਕਰਨ ਦੇ ਲਈ Ctrl+V। ਤੇ ਬੋਲਡ ਕਰਨ ਲਈ Ctrl+V। ਪੇਸਟ ਲਈ Ctrl+V। ਕਾਪੀ ਕੰਟੈਂਟ Ctrl+C। ਅੱਗੇ ਫੋਰ ਅੰਡਰਲਾਈਨ ਕਰਨ ਦੇ ਲਈ, ਤੇ ਇਹਦੇ ਵਿੱਚੋਂ ਆ ਜਾਊਗਾ Ctrl+U। ਫੋਰ ਸੈਂਟਰ ਅਲਾਈਨਮੈਂਟ ਦੇ ਲਈ Ctrl+E। ਤੇ ਫੋਰ ਜਸਟੀਫਾਈ ਅਲਾਈਨਮੈਂਟ Ctrl+V।
J. ਤੇ for double line spacing control plus 2. for replace ਦੇ ਲਈ control plus H. for printing control plus P. for spelling and grammar check control ਤੇ ਇਹਦੇ ਵਿੱਚ ਆ ਜਾਊਗਾ F7. for spelling ਤੇ grammar check ਕਰਨ ਲਈ F7. ਅੱਗੇ ਸੈਕਿੰਡ ਚੈਪਟਰ ਤੇ ਇੱਕ ਹਰ ਇੱਕ ਚੈਪਟਰ ਦੇ ਜ਼ਰੂਰ ਰੀਡ ਕਰ ਲਿਆ ਕਰੋ। ਪੁਆਇੰਟਸ ਟੂ ਰਿਮੈਂਬਰ ਇਹਦੇ ਵਿੱਚ ਤੁਹਾਡੇ ਬਾਕੀ ਵੀ ਜਿਹੜੇ ਟੌਪਿਕ ਕਲੀਅਰ ਹੋ ਜਾਂਦਾ। ਹਾਂਜੀ ਸੈਕਿੰਡ ਚੈਪਟਰ ਦੇ ਪੁਆਇੰਟਸ ਟੂ ਰਿਮੈਂਬਰ ਹਰ ਇੱਕ ਚੈਪਟਰ ਦੀ ਰੀਡ ਕਰ ਲੈਣਾ ਨੇ। ਹਾਂਜੀ ਫਸਟ ਹੈ ਇਹਦੇ ਵਿੱਚ MCQs ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਆਲਸੋ ਐਜ਼ ਕੰਡੀਸ਼ਨਲ ਸਟੇਟਮੈਂਟ। ਤਾਂ ਇਹਨਾਂ ਦੇ ਵਿੱਚੋਂ ਕੰਡੀਸ਼ਨਲ ਸਟੇਟਮੈਂਟ ਕਿਹੜੀ ਹੈ? ਕੰਡੀਸ਼ਨਲ ਸਟੇਟਮੈਂਟ ਤਾਂ ਉਹ ਹੈਗੀ ਆ ਇਫ ਕੀ ਆ? ਕੰਡੀਸ਼ਨਲ ਸਟੇਟਮੈਂਟ। ਤੇ ਜੇ ਪੁੱਛਿਆ ਜਾਵੇ ਸਵਿਚ ਕੇਸ ਇਜ਼ ਸਿਮਿਲਰ ਟੂ ਡੈਸ਼ ਸਟੇਟਮੈਂਟ ਤਾਂ ਸਵਿਚ ਕੇਸ ਕਿਹਦੇ ਸਿਮਿਲਰ ਆ? ਤਾਂ ਇਫ ਐਲਸ ਇਫ। ਧਿਆਨ ਰੱਖਣਾ ਸਵਿਚ ਕੇਸ ਕਿਹਦੇ ਨਾਲ ਸਿਮਿਲਰ ਆ? ਇਫ ਐਲਸ ਇਫ। ਤੇ ਕੰਡੀਸ਼ਨਲ ਸਟੇਟਮੈਂਟ ਹੈਗੇ ਐਫ। ਅੱਗੇ ਹੈਗਾ ਵਿਚ ਸਟੇਟਮੈਂਟਸ ਕੈਨ ਬੀ ਯੂਜ਼ ਟੂ ਟਰਮੀਨੇਟ ਅ ਕੇਸ ਇਨ ਦਾ ਸਵਿਚ ਸਟੇਟਮੈਂਟ। ਹਾਂਜੀ ਸਵਿਚ ਸਟੇਟਮੈਂਟ ਦੇ ਵਿੱਚ ਟਰਮੀਨੇਟ ਕੇਸ ਕਰਨ ਲਈ ਕਿਹੜੀ ਕੀ ਯੂਜ਼ ਕਿਹਨੂੰ ਕਿਹੜੇ ਸਟੇਟਮੈਂਟ ਨੂੰ ਯੂਜ਼ ਕਰਾਂਗੇ? ਤਾਂ ਇਹਦੇ ਵਿੱਚ ਆ ਜਾਊਗਾ ਬ੍ਰੇਕ। ਅੱਗੇ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਪੋਸਟ ਟੈਸਟ ਲੂਪ ਕੀ ਹੈ? ਤਾਂ ਪੋਸਟ ਟੈਸਟ ਲੂਪ ਤੇ ਇਹਦੇ ਵਿੱਚ ਆ ਜਾਊਗਾ 4 ਪੋਸਟ ਟੈਸਟ 4। ਤੇ ਅੱਗੇ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਜੰਪਿੰਗ ਸਟੇਟਮੈਂਟ। ਤਾਂ ਇਹਨਾਂ ਵਿੱਚੋਂ ਜੰਪਿੰਗ ਸਟੇਟਮੈਂਟ ਨੋਟ ਦੱਸਣੀ ਹੈ ਵੀ ਜਿਹੜੀ ਨਹੀਂ ਹੈਗੀ ਤਾਂ ਵਾਈਲ। ਬਾਕੀ ਸਾਰੇ ਜੰਪਿੰਗ ਨੇ। ਕੰਟੀਨਿਊ ਜੰਪਿੰਗ ਆ, ਗੋ ਟੂ ਜੰਪਿੰਗ ਆ, ਬ੍ਰੇਕ ਜੰਪਿੰਗ ਆ। ਤੇ ਇੱਥੇ ਪੁੱਛਣਾ ਸੀ ਆਪਾਂ ਨੇ ਦੱਸਣਾ ਸੀ ਵੀ ਨੋਟ ਅ ਜੰਪਿੰਗ ਤਾਂ ਵਾਈਲ। ਅੱਗੇ ਫਿਲਿੰਗ ਦਾ ਬਲੈਂਕਸ ਡੈਸ਼ ਲੂਪਸ ਦਾ ਕੰਟਰੋਲ ਕੰਡੀਸ਼ਨਸ ਆਰ ਯੂਜ਼ਡ ਬਿਫੋਰ ਦਾ ਬੋਡੀ ਆਫ ਦਾ ਲੂਪ। ਬਿਫੋਰ ਦਾ ਬੋਡੀ ਆਫ ਦਾ ਲੂਪ ਦੇ ਵਿੱਚ ਆ ਜਾਊਗਾ ਪ੍ਰੀ ਟੈਸਟ। ਤਾਂ ਬਿਫੋਰ ਦਾ ਬੋਡੀ ਆਫ ਦਾ ਲੂਪ ਆ ਜਾਊਗਾ ਪ੍ਰੀ ਟੈਸਟ ਤੇ ਆਫਟਰ ਦਾ ਬੋਡੀ ਆਫ ਲੂਪ ਆ ਜਾਊਗਾ ਪੋਸਟ ਟੈਸਟ। ਇਨ ਡੈਸ਼ ਲੂਪਸ ਦਾ ਕੰਟਰੋਲ ਕੰਡੀਸ਼ਨਸ ਆਰ ਟੈਸਟਡ ਆਫਟਰ ਦਾ ਬੋਡੀ ਆਫ ਦਾ ਲੂਪ। ਆਫਟਰ ਦਾ ਬੋਡੀ ਆਫ ਦਾ ਲੂਪ ਆ ਜਾਊਗਾ ਪੋਸਟ ਟੈਸਟ। ਸੈਕਿੰਡ ਦੇ ਵਿੱਚ ਆ ਜਾਊਗਾ ਪੋਸਟ ਟੈਸਟ। ਆਫਟਰ ਦੇ ਵਿੱਚ ਪੋਸਟ ਟੈਸਟ ਆ ਤੇ ਪ੍ਰੀ ਦੇ ਵਿੱਚ ਆ ਜਾਊਗਾ ਬਿਫੋਰ ਦੇ ਵਿੱਚ ਜਦੋਂ ਬਿਫੋਰ ਹੈ। ਪ੍ਰੀ ਆਊਗਾ ਜਦੋਂ ਬਿਫੋਰ ਬੋਡੀ ਆਫ ਲੂਪ ਹੈ। ਹਾਂਜੀ ਅੱਗੇ ਹੈ ਡੈਸ਼ ਸਟੇਟਮੈਂਟ ਇਜ਼ ਯੂਜ਼ ਟੂ ਸਕਿਪ ਸਮ ਸਟੇਟਮੈਂਟ ਇਨਸਾਈਡ ਦਾ ਲੂਪ। ਕਿਹੜੀ ਸਟੇਟਮੈਂਟ ਹੈ ਜਿਹੜੀ ਕਿ ਕੁਛ ਯੂਜ਼ ਟੂ ਸਕਿਪ ਸਮ ਸਟੇਟਮੈਂਟ। ਠੀਕ ਹੈ ਕੁਛ ਸਟੇਟਮੈਂਟ ਸਕਿਪ ਕਰਨ ਦੇ ਲਈ ਵਰਤੀ ਜਾਂਦੀ ਹੈ ਇਨਸਾਈਡ ਦਾ ਲੂਪ ਆ। ਤੇ ਇਹਦੇ ਵਿੱਚ ਆ ਜਾਊਗਾ ਕੰਟੀਨਿਊ। ਥਰਡ ਦੇ ਵਿੱਚ ਆ ਜਾਊਗਾ ਕੰਟੀਨਿਊ। ਫੋਰਥ ਹੈ ਡੈਸ਼ ਇਜ਼ ਏ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ। ਹਾਂਜੀ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਕਿਹੜੀ ਹੈ? ਤਾਂ ਸਵਿਚ ਕੇਸ ਇਹ ਹੈਗੀ ਆ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਸਵਿਚ ਕੇਸ। The break statement can be used to terminate a case in the dash statement। ਤੇ ਇਹਦੇ ਵਿੱਚ ਆ ਜਾਊਗਾ switch। The break statement can be used to terminate a case in the dash statement ਦਾ switch।
हाँ जी, अगे ट्रू फॉल्स ने। राइटिंग इफ स्टेटमेंट विद इन अनदर इफ इज कॉल्ड नेस्टेड लूप, तो ये ट्रू है। हाँ जी, अगे है, हाँ जी अगे सैकेंड है कंट्रोल स्टेटमेंट्स इन सी प्रोग्रामिंग आर यूज्ड फॉर अल्टरनिंग द नॉर्मल फ्लो ऑफ अ प्रोग्राम। ਤਾਂ ਇਹਦੇ ਵਿੱਚ ਲਿਖਿਆ ਕੰਟਰੋਲ ਸਟੇਟਮੈਂਟ ਵੀ ਇਹਦੇ ਵਿੱਚ ਸਧਾਰਨ ਵਹਾਅ ਦੇ ਵਿੱਚ ਯੂਜ਼ ਹੁੰਦੀ ਹੈ ਸੀ ਲੈਂਗੁਏਜ ਦੇ ਵਿੱਚ, ਸੀ ਪ੍ਰੋਗਰਾਮ ਦੇ ਵਿੱਚ, ਤਾਂ ਇਹ ਫਾਲਸ ਹੈ ਬਿਕੋਜ਼ ਕੰਟਰੋਲ ਸਟੇਟਮੈਂਟਸ ਨਹੀਂ ਯੂਜ਼ ਹੁੰਦੇ, ਜੰਪਿੰਗ ਸਟੇਟਮੈਂਟਸ ਯੂਜ਼ ਹੁੰਦੀਆਂ ਨੇ। that is way wrong। ਅੱਗੇ ਕੰਟੀਨਿਊ ਸਟੇਟਮੈਂਟ ਇਜ਼ ਸਮਟਾਈਮਸ desirable to skip some statements inside the loop, ਤਾਂ true ਹੈ। ਅੱਗੇ ਹੈਗਾ looping statements provide a way to repeat commands, ਤਾਂ true। true ਤੁਸੀਂ ਲਿਖ ਵੀ ਸਕਦੇ ਹੋ, false ਲਿਖ ਲਓ ਜਾਂ ਵੈਸੇ ਟਿਕ ਜਾਂ ਕ੍ਰੋਸ ਕਰ ਦਿਓ। ਨੈਕਸਟ ਚੈਪਟਰ ਥਰਡ। ਹਾਂਜੀ, ਇਸ ਦੇ ਵਿੱਚ ਨੇ ਪੁਆਇੰਟਸ ਟੂ ਰਿਮੈਂਬਰ, ਇਹ ਵੀ ਤੁਸੀਂ ਥਰਡ ਚੈਪਟਰ ਦੇ ਵਿੱਚ ਹਰ ਇੱਕ ਚੈਪਟਰ ਦੇ ਲਰਨ ਕਰਨੇ ਨੇ ਪੁਆਇੰਟਸ ਟੂ ਰਿਮੈਂਬਰ, ਠੀਕ ਹੈ। ਹਾਂਜੀ, ਜਿਵੇਂ ਇੱਥੇ ਤੁਹਾਡੇ ਬਹੁਤ ਟੌਪਿਕ ਕਲੀਅਰ ਹੋਣਗੇ। ਟੂ ਪੋਰਟ ਬ੍ਰਿਜ ਕਿਹੜਾ, ਠੀਕ ਹੈ, ਅ ਬ੍ਰਿਜ ਇਜ਼ ਏ ਟੂ ਪੋਰਟ ਡਿਵਾਈਸ। ਅਤੇ ਬਾਕੀ ਇਹ ਸਾਰੇ ਕੁਐਸਚਨਸ, ਬਰਾਊਟਰ ਕੀ ਹੈ, ਬਰਾਊਟਰ ਇਜ਼ ਏ ਕੰਬੀਨੇਸ਼ਨ ਆਫ ਅ ਬ੍ਰਿਜ ਐਂਡ ਰਾਊਟਰ। ਹਾਂਜੀ, ਅੱਗੇ ਨੇ ਐਕਸਰਸਾਈਜ਼ ਆ ਗਈ ਤੁਹਾਡੀ ਬੁੱਕ ਵਾਲੀ। ਹਾਂਜੀ, ਅ ਕੰਪਿਊਟਰ ਡੈਸ਼ ਇਜ਼ ਅ ਸੈਟ ਆਫ ਕੰਪਿਊਟਰਸ ਡੈਟ ਆਰ ਕਨੈਕਟਡ ਟੂਗੈਦਰ। ਕਹਿੰਦਾ ਕੰਪਿਊਟਰ ਕੀ ਹੈ ਜਿਹੜਾ ਬਾਕੀ ਸਾਰੇ ਕੰਪਿਊਟਰਸ ਦੇ ਨਾਲ ਕਨੈਕਟਡ ਹੁੰਦਾ, ਦੋਨੋਂ ਆਪਾਂ ਬੋਲਾਂਗੇ ਨੈਟਵਰਕ, ਠੀਕ ਹੈ। A computer network is a set of computers that are connected together। Again, second, a dash is basically multi-port repeater। multi-port repeater ਕੀ ਆ ਤਾਂ hub is a basically multi-port repeater। ਅੱਗੇ ਹੈ a dash is a two port device। ਤਾਂ ਇਹਨਾਂ ਦੇ ਵਿੱਚੋਂ two port device ਕਿਹੜਾ ਤਾਂ bridge। a dash is a two port device ਤਾਂ bridge is a two port device। टू पोर्ट डिवाइस। नैक्सट है वाईफाई स्टैंड्स फॉर, तो वाईफाई किहदे नाल स्टैंड करदा है, तो वाईफाई स्टैंड फॉर वायरलैस फैडिलिटी। ਇਹਦੀ फुल फॉर्म भी आ जाती कई बार। नैक्सट है फिफ्थ, डैश इज़ ए कॉम्बीनेशन ऑफ ब्रिज एंड राउटर। ब्रिज ते राउटर का कॉम्बीनेशन की है तो ब्राउटर। ब्रिज ते राउटर की बन गए ब्राउटर, डी ऑप्शन ब्राउटर। हाँ जी, अगे हैंगे ने फुल फॉर्म्स। हाँ जी, फुल फॉर्म दे विच FTP द फाइल ट्रांसफर प्रोटोकॉल। UTP अनशील्डेड ट्विस्टेड पेयर। SMTP सिंपल मेल ट्रांसफर प्रोटोकॉल। S for simple, M for mail, T for transfer, P for protocol। POP पोस्ट ऑफिस प्रोटोकॉल, अगे है HTTP हाइपर टेक्स्ट ट्रांसफर प्रोटोकॉल। अगे हैगा MAC मीडिया असेस प्रोटोकॉल। तो फिलिप्स दे विच फस्ट है देयर आर टोटल डैश लेयर्स इन द OSI मॉडल दे विच किन्ने लेयर्स होंदे ने, तो इहदे विच आऊगा 7 लेयर्स 7, ठीक है फस्ट। तो दैन उस तो बाद सैकेंड है देयर डैश लेयर ऑफ OSI मॉडल मैनेज डिवाइस एड्रैसिंग। किहड़ी जिहड़ी कि OSI मॉडल की जिहड़ी लेयर है जिहड़ी कि एड्रैसिंग मैनेज करदी है डिवाइस एड्रैसिंग, तो डिवाइस एड्रैसिंग नूं मैनेज करने वाला आ जाऊगा नैटवर्क लेयर। सैकेंड का की आ जाऊगा नैटवर्क लेयर।
ਨੈਟਵਰਕ ਲੇਅਰ। ਥਰਡ ਹੈ ਇਨ ਡੈਸ਼ ਮੀਡੀਆ। ਕਿਹੜਾ ਮੀਡੀਆ? ਡਾਟਾ ਇਜ਼ ਟਰਾਂਸਫਰਡ ਯੂਜ਼ਿੰਗ ਕੇਬਲਸ। ਜਿਹਦੇ ਵਿੱਚ ਡਾਟਾ ਟਰਾਂਸਫਰਡ ਹੁੰਦਾ ਕੇਬਲਸ ਦੇ ਰਾਹੀਂ, ਤਾਂ ਉਹ ਆ ਜਾਊਗਾ ਗਾਈਡਡ ਮੀਡੀਆ। ਥਰਡ ਦੇ ਵਿੱਚ ਗਾਈਡਡ ਮੀਡੀਆ, ਜਿਹਦੇ ਵਿੱਚ ਕੇਬਲ ਕੋਈ ਵੀ ਜਿਹੜੇ ਵਾਇਰਸ ਹੁੰਦੇ ਨੇ ਉਹਨਾਂ ਦੀ ਹੈਲਪ ਦੇ ਨਾਲ ਜਿਹੜੇ ਕਿ ਡਾਟਾ ਟਰਾਂਸਫਰ ਹੁੰਦਾ, ਗਾਈਡਡ ਮੀਡੀਆ। ਅਤੇ ਅੱਗੇ ਹੈ ਬਲੂਟੁੱਥ ਇਜ਼ ਐਨ ਐਗਜ਼ਾਮਪਲ ਆਫ ਡੈਸ਼ ਮੀਡੀਆ। ਹਾਂਜੀ, ਜਦੋਂ ਆਪਾਂ ਬਲੂਟੁੱਥ ਨੂੰ ਦੂਜੇ ਫੋਨ ਦੇ ਨਾਲ ਜੋੜਦੇ ਹਾਂ ਤਾਂ ਆਪਾਂ ਨੂੰ ਕਿਸੇ ਵੀ ਜਿਹੜੀ ਕਿ ਵਾਇਰ ਦੀ ਜ਼ਰੂਰਤ ਨਹੀਂ ਪੈਂਦੀ, ਓਨਲੀ ਆਪਾਂ ਜਿਹੜੇ ਸਿਗਨਲ ਦੇ ਰਾਹੀਂ ਹੁੰਦਾ ਉਹ। ਅਤੇ ਇਹਦੇ ਵਿੱਚ ਆ ਜਾਊਗਾ ਜਿਹੜੇ ਸਿਗਨਲ ਦੇ ਰਾਹੀਂ ਹੁੰਦਾ ਕੋਈ ਵੀ ਮੀਡੀਆ ਆਪਾਂ ਜੋੜਦੇ ਹਾਂ, ਵਾਇਰ ਦੀ ਜ਼ਰੂਰਤ ਨਹੀਂ ਪੈਂਦੀ ਵਾਇਰਸ ਦੀ, ਤਾਂ ਉਹਨੂੰ ਆਪਾਂ ਕਹਾਂਗੇ ਅਨਗਾਈਡਡ ਮੀਡੀਆ। ਤਾਂ ਫੋਰਥ ਦੇ ਵਿੱਚ ਆ ਜਾਊਗਾ ਅਨਗਾਈਡਡ ਮੀਡੀਆ। ਠੀਕ ਹੈ, ਅਨਗਾਈਡਡ ਮੀਡੀਆ, ਅਨਗਾਈਡਡ ਮੀਡੀਆ। ਤਾਂ ਫੋਰਥ ਆ ਜਾਊਗਾ ਅਨਗਾਈਡਡ ਮੀਡੀਆ। ਅੱਗੇ ਹੈ ਡੈਸ਼ ਕਮਿਊਨੀਕੇਸ਼ਨ ਮੋਡ। ਡਾਟਾ ਕਮਿਊਨੀਕੇਸ਼ਨ ਇਜ਼ ਅਨਡਾਇਰੈਕਸ਼ਨਲ। ਤਾਂ ਯੂਨੀਡਾਇਰੈਕਸ਼ਨਲ। ਠੀਕ ਹੈ, ਤਾਂ ਇਹਦੇ ਵਿੱਚ ਆ ਜਾਊਗਾ ਸਿੰਪਲੈਕਸ ਮੋਡ। ਸਿੰਪਲੈਕਸ ਮੋਡ। ਫਿਫਥ ਦੇ ਵਿੱਚ ਕੀ ਆ ਜਾਊ? ਸਿੰਪਲੈਕਸ ਮੋਡ। ਬਾਕੀ ਜਿਹੜੇ ਆਪਾਂ ਸ਼ਾਰਟ ਕੁਐਸਚਨ ਦੇ ਅਲੱਗ ਵੀਡੀਓ ਬਣਾਵਾਂਗੇ ਤੁਹਾਡੇ 4 ਅਤੇ 6 ਮਾਰਕਸ ਵਾਲੇ। ਹਾਂਜੀ, ਚੈਪਟਰ ਨੰਬਰ 4th, ਇਹਦੇ ਵੀ ਤੁਸੀਂ ਕੀਵਰਡਸ, ਪੁਆਇੰਟਸ ਟੂ ਰਿਮੈਂਬਰ ਇਹ ਸਭ ਦੇ ਰੀਡ ਕਰਨੇ ਨੇ। ਹਾਂਜੀ, ਹੁਣ ਆਪਾਂ ਆਨਸਰ ਕਰਦੇ ਹਾਂ। ਫਸਟ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ IT ਇਜ਼ ਐਨ ਏਰੀਆ ਅੰਡਰ ਵਿਚ computers or other physical device hardware software are used to create dash secure and exchange electronic data। ਤਾਂ ਇਹਦੇ ਵਿੱਚੋਂ ਆ ਜਾਊਗਾ ਪ੍ਰੋਸੈਸ, P ਤੇ ਪ੍ਰੋਸੈਸ। ਇਨਫੋਰਮੇਸ਼ਨ ਟੈਕਨੋਲੋਜੀ ਇਨ ਐਨ ਏਰੀਆ ਅੰਡਰ ਵਿਚ ਕੰਪਿਊਟਰ ਔਰ ਅਦਰ ਫਿਜ਼ੀਕਲ ਡਿਵਾਈਸ ਹਾਰਡਵੇਅਰ ਸੋਫਟਵੇਅਰ ਯੂਜ਼ ਹੁੰਦੇ ਨੇ ਟੂ ਕ੍ਰੀਏਟ ਡੈਸ਼ ਪ੍ਰੋਸੈਸ ਐਂਡ ਐਕਸਚੇਂਜ। ਅਤੇ ਇਹਦੇ ਵਿੱਚ ਆ ਜਾਊਗਾ ਪ੍ਰੋਸੈਸ, ਸਿਕਿਉਰ ਐਂਡ ਐਕਸਚੇਂਜ ਪ੍ਰੋਸੈਸ। ਨੈਕਸਟ ਹੈ second with the introduction of online education service students can learn from anywhere using the dash। ਹਾਂਜੀ, ਕੀ ਯੂਜ਼ ਕਰਕੇ ਜਿਹੜੇ ਕਿ ਕੋਈ ਵੀ ਕਿਤੇ ਵੀ ਰੀਡ ਕਰ ਸਕਦਾ, ਤਾਂ ਇਹਦਾ ਇਹ ਆਪਸ਼ਨ ਇੰਟਰਨੈਟ। ਇੰਟਰਨੈਟ ਸੈਕਿੰਡ ਆ ਜਾਊਗਾ ਇੰਟਰਨੈਟ। ਇੰਟਰਨੈਟ। ਅੱਗੇ ਹੈ ਐਂਡਰੋਇਡ ਆਪਰੇਟਿੰਗ ਸਿਸਟਮ ਇਜ਼ ਅ ਡੈਸ਼ ਆਪਰੇਟਿੰਗ ਸਿਸਟਮ। ਤਾਂ ਐਂਡਰੋਇਡ ਆਪਰੇਟਿੰਗ ਸਿਸਟਮ ਕੀ ਆਪਰੇਟਿੰਗ ਸਿਸਟਮ ਆ? ਮੋਬਾਈਲ। ਮੋਬਾਈਲ। ਠੀਕ ਹੈ, ਐਂਡਰੋਇਡ ਆਪਰੇਟਿੰਗ ਸਿਸਟਮ ਇਜ਼ ਏ ਮੋਬਾਈਲ ਆਪਰੇਟਿੰਗ ਸਿਸਟਮ। ਅੱਗੇ ਹੈਗਾ ਕਲਾਊਡ ਕੰਪਿਊਟਿੰਗ ਇਜ਼ ਅ ਕਾਈਂਡ ਆਫ ਡੈਸ਼ ਬੇਸਡ ਕੰਪਿਊਟਿੰਗ। ਤਾਂ ਕਲਾਊਡ ਕੰਪਿਊਟਿੰਗ ਇਜ਼ ਏ ਕਾਈਂਡ ਆਫ ਡੈਸ਼ ਬੇਸਡ ਕੰਪਿਊਟਿੰਗ। ਤਾਂ ਇਹਦੇ ਵਿੱਚ ਆ ਜਾਊਗਾ ਇੰਟਰਨੈਟ, C ਆਪਸ਼ਨ 'ਤੇ ਇੰਟਰਨੈਟ। ਇੰਟਰਨੈਟ। ਅਤੇ ਅੱਗੇ ਆ ਜਾਣਗੇ ਫੁੱਲ ਫਾਰਮਸ ਨੇ ਇਹਦੇ ਵਿੱਚੋਂ। ਹਾਂਜੀ, ਫੁੱਲ ਫਾਰਮਸ। ਹਾਂਜੀ, ਫੁੱਲ ਫਾਰਮ ਦੇ ਵਿੱਚ ਵਾਈਫਾਈ। ਤਾਂ ਵਾਈਫਾਈ ਵਾਇਰਲੈਸ ਫਾਈਡੈਲਿਟੀ, ਵਾਇਰਲੈਸ ਫਾਈਡੈਲਿਟੀ। VR ਵਿਰਚੁਅਲ ਰਿਐਲਿਟੀ, VR ਵਿਰਚੁਅਲ ਰਿਐਲਿਟੀ। ਤਾਂ IoT ਇੰਟਰਨੈਟ ਆਫ ਥਿੰਗਸ, IoT ਇੰਟਰਨੈਟ ਆਫ ਥਿੰਗਸ। IT ਇਨਫੋਰਮੇਸ਼ਨ ਟੈਕਨੋਲੋਜੀ, IT ਇਨਫੋਰਮੇਸ਼ਨ ਟੈਕਨੋਲੋਜੀ। ਅੱਗੇ ਹੈ GPS ਗਲੋਬਲ ਪੋਜੀਸ਼ਨਿੰਗ ਸਿਸਟਮ, ਗਲੋਬਲ ਪੋਜੀਸ਼ਨਿੰਗ ਸਿਸਟਮ। ਹਾਂਜੀ, ਅੱਗੇ ਹੈ ਫਿਲਿੰਗ ਦਾ ਬਲੈਂਕਸ। ਡੈਸ਼ ਇਜ਼ ਦ ਟੈਕਨੋਲੋਜੀ ਡੈਟ ਯੂਜ਼ ਰੇਡੀਓ ਵੇਵਸ ਫॉर ਵਾਇਰਲੈਸ ਹਾਈ ਸਪੀਡ ਇੰਟਰਨੈਟ। ਵਾਇਰਲੈਸ ਹਾਈ ਸਪੀਡ ਇੰਟਰਨੈਟ ਲਈ ਜਿਹਦੇ ਵਿੱਚ ਰੇਡੀਓ ਵੇਵਸ ਯੂਜ਼ ਹੁੰਦੀਆਂ ਨੇ ਅਤੇ ਨੈਟਵਰਕ ਕਨੈਕਸ਼ਨ ਦੇ ਲਈ, ਤਾਂ ਉਹਦੇ ਵਿੱਚ ਕੀ ਆ ਜਾਊਗਾ? ਵਾਈਫਾਈ। ਵਾਈਫਾਈ। ਠੀਕ ਹੈ, ਵਾਇਰਲੈਸ ਫਾਈਡੈਲਿਟੀ, ਵਾਈਫਾਈ ਫਸਟ ਦਾ। ਅਤੇ ਸੈਕਿੰਡ ਹੈ ਡੈਸ਼ ਮੀਨਸ ਐਕਸਪੀਰੀਅੰਸ ਥਿੰਗਸ ਥਰੂ ਅਵਰ ਕੰਪਿਊਟਰ ਡੈਟ ਡੋਂਟ ਰੀਅਲੀ ਐਗਜ਼ਿਸਟ। ਜਿਹੜੇ ਅਸਲ ਦੇ ਵਿੱਚ ਐਗਜ਼ਿਸਟ ਨਹੀਂ ਹੁੰਦੀਆਂ ਉਹਨਾਂ ਬਾਰੇ। ਠੀਕ ਹੈ, ਤਾਂ ਉਹ ਕੀ ਆ ਜਾਊਗਾ? ਵਰਚੁਅਲ ਰਿਐਲਿਟੀ। ਵਰਚੁਅਲ ਰਿਐਲਿਟੀ ਸੈਕਿੰਡ। ਹਾਂਜੀ, ਥਰਡ ਈ ਕਮਰਸ ਇਜ਼ ਏ ਆਲਸੋ ਨੋਨ ਐਜ਼ ਡੈਸ਼ ਕਮਰਸ। ਤਾਂ ਕਿਹੜਾ ਕਮਰਸ ਆ? ਈ ਕਮਰਸ ਇਜ਼ ਏ
मोबाइल। अगे कमर्स लिखा हुआ है, ये थर्ड का आंसर। अगे डैश स्टोरेज इज़ अ वे ऑफ सेविंग डिजिटल थिंग्स ऑनलाइन। हाँ जी, किहड़ी है स्टोरेज है, इज़ अ वे ऑफ सेविंग डिजिटल थिंग्स ऑनलाइन। तो ये आ जाऊगा जिहड़ी कि क्लाउड स्टोरेज। स्टोरेज है ही, आप लिख देंगे क्लाउड स्टोरेज। ये फोर्थ का आंसर। स्टोरेज ऑलरेडी लिखा हुआ है। हाँ जी, अगे है चैप्टर नंबर फिफ्थ चैप्टर के भी की पॉइंट्स टू रिमेंबर। हाँ जी, फर्स्ट क्वेश्चन है हु ब्राउट द कंसैप्ट ऑफ ए आई का कंसैप्ट कौन लैके आया धारना। ए मतलब कि आर्टिफिशियल इंटैलीजेंस ही। तो जोड़े कि डी आंसर जॉन मैकार्थी। ठीक है, जॉन मैकार्थी। डी ऑप्शन डी ऑप्शन राइट आंसर है। नैक्सट है विच टाइप ऑफ ए फोकस ऑन सिंगल सैट ऑफ एबिलिटीज़ और परफॉर्मेंस अ पर्टिकुलर टास्क। तो ये आ जाऊगा नैरो ए आई। तो थर्ड क्वेश्चन है, हाँ जी अगे है थर्ड क्वेश्चन विच वन ऑफ द ए डजंट हैव मैमरी फॉर डाटा स्टोरेज। तो ये आ जाऊगा सी ऑप्शन रिएक्टिव ने जिहड़े कि मशीन्स ऑफ ए टाइप डजंट हैव मैमरी फॉर डाटा स्टोरेज रिएक्टिव। तो उस तो अगे है ब्रेन ऑफ एक्सपर्ट सिस्टम। तो ब्रेन ऑफ एक्सपर्ट सिस्टम की आ जाऊगा, तो ये आ जाऊगा तो ये बी ऑप्शन इनफ्रेंस इंजन। अगे है प्लेस वेयर नॉलेज फ्रॉम द ह्यूमन एक्सपर्ट इज कलैक्टड। तो ह्यूमन एक्सपर्ट नॉलेज प्लेस वेयर नॉलेज फ्रॉम द ह्यूमन एक्सपर्ट इज कॉल्ड नॉलेज बेस। अगे रोबोट्स विच प्रोवाइड हैल्प फॉर एनालाइजिंग द कलैक्टेड डाटा आर। तो ये आ जाऊगा रिसर्च रोबोट्स। हाँ जी, फिलिप्स ने आर्टिफिशियल इंटैलीजेंस इज़ डिवाइडेड इंटू टू टाइप्स डैश एंड डैश। तो किहड़े टू टाइप्स के डिवाइड होंगे आर्टिफिशियल इंटैलीजेंस टाइप 1 एंड टाइप 2। नैक्सट है अगे सैकेंड डैश इज़ अ चैस प्लेइंग कंप्यूटर डिवेलप्ड बाय IBM। तो डीप ब्लू। अगे है डैश इज़ एन गुड एग्जाम्पल ऑफ नैरो आर्टिफिशियल इंटैलीजेंसी। ठीक है, गुड एग्जाम्पल ऑफ एप्पल सीरी। अगे है डैश मशीन्स हैव नो मैमरी रिएक्टिव मशीन्स हैव नो मैमरी। अगे है MYCIN and dash are examples of earlier expert system the Dendral। तो अगे है डैश जनरेशन रोबोट्स आर स्मार्ट एज ह्यूमन। तो ये आ जाऊगा फोर्थ जनरेशन। नैक्सट है फुल फॉर्म्स ने AI आर्टिफिशियल इंटैलीजेंस। तो अगे है GAI जर्नल आर्टिफिशियल इंटैलीजेंस। अगे NLP नैचुरल लैंग्वेज प्रोसैसिंग। अगे है SAI स्ट्रॉन्ग आर्टिफिशियल इंटैलीजेंस। अगे सिक्स्थ चैप्टर। हाँ जी, ये भी कीवर्ड्स लर्न करने सारे पॉइंट्स टू रिमेंबर। हाँ जी, डैश इज़ अ प्रोसैस टू कन्वर्ट इनफॉर्मेशन इनटू कंप्यूटर रीडेबल फॉर्म। तो किहड़ी चीज़ है जिहड़ी कि इनफॉर्मेशन कन्वर्ट करदी है रीडेबल फॉर्म दे विच। तो ये आ जाऊगा डिजिटाइजेशन। ठीक है। सैकेंड है डैश इज़ मेन टू वी ऑनलाइन बाइंग एंड सैलिंग ऑफ गुड्स। हाँ जी, गुड्स नूं वस्तुओं नूं बेचना तो खरीदना। तो ये आ जाऊगा जिहड़ी कि ई कमर्स। नैक्सट है ईजीएस्ट एंड कन्वीनियंट वे फॉर कैशलैस पेमेंट। कैशलैस पेमेंट का सब तो कन्वीनियंट तो
ਜਿਹੜੇ ਕਿ ਈਜ਼ੀਐਸਟ ਮੈਥਡ ਕਿਹੜਾ ਤਾਂ ਡਿਜੀਟਲ ਪੇਮੈਂਟ। ਅੱਗੇ ਹੈ ਫੋਰਥ, ਡੈਸ਼ ਸਟੋਰੇਜ ਓਨਲੀ ਦੋਜ਼ ਐਜੂਕੇਸ਼ਨਲ ਸਰਟੀਫਿਕੇਟਸ ਇਸ਼ੂਡ ਬਾਈ ਐਜੂਕੇਸ਼ਨਲ ਇੰਸਟੀਟਿਊਟ ਥਰੂ ਡਿਜੀਟਲ ਮੋਡ। ਤਾਂ ਇਹਦੇ ਵਿੱਚ ਆ ਜਾਊਗਾ ਜਿਹੜੇ ਕਿ NAD। ਅੱਗੇ ਡੈਸ਼ ਇਜ਼ ਅ ਟਾਈਪ ਆਫ ਈ ਕਮਰਸ ਵਿਦ ਇਨਵੋਲਵਸ ਕੰਪਨੀ ਐਂਡ ਕਸਟਮਰ। ਕੰਪਨੀ ਤੇ ਕਸਟਮਰ ਕਿਹਦੇ ਵਿੱਚ ਇਨਵੋਲਵ ਹੁੰਦੇ ਨੇ ਤਾਂ ਉਹ ਹੁੰਦੇ ਨੇ B2C। ਕੰਪਨੀ ਮਤਲਬ ਕਿ ਬਿਜ਼ਨਸ, ਠੀਕ ਹੈ, ਕਸਟਮਰ ਜਾਂ ਕੰਜ਼ਿਊਮਰ, B2C। ਹਾਂਜੀ, ਅੱਗੇ ਫੁੱਲ ਫਾਰਮਸ ਨੇ ਇਹਦੀਆਂ ਵੀ। ਤਾਂ ਫੁੱਲ ਫਾਰਮ ਦੇ ਵਿੱਚ ਹੈ B2B। ਤਾਂ B2B ਕਿਹਦੇ ਨਾਲ ਹੈ ਤਾਂ B2B ਜਿਹੜੀ ਕਿ ਆ ਜਾਊਗਾ ਬਿਜ਼ਨਸ ਟੂ ਬਿਜ਼ਨਸ, ਪੰਜਾਬੀ 'ਚ ਵਪਾਰ ਤੋਂ ਵਪਾਰ, ਤਾਂ ਇਹ ਆ ਜਾਊਗਾ ਬਿਜ਼ਨਸ ਟੂ ਬਿਜ਼ਨਸ। ਅੱਗੇ ਹੈਗਾ ਸੈਕਿੰਡ B2C। ਤਾਂ B2C ਕੀ ਹੈ, ਬਿਜ਼ਨਸ ਟੂ ਕੰਜ਼ਿਊਮਰ ਜਾਂ ਕਸਟਮਰ, ਬਿਜ਼ਨਸ ਟੂ ਕੰਜ਼ਿਊਮਰ ਜਾਂ ਤੁਸੀਂ ਲਿਖ ਸਕਦੇ ਹੋ ਕਸਟਮਰ। ਕੰਜ਼ਿਊਮਰ ਦੀ ਥਾਂ 'ਤੇ ਤੁਸੀਂ ਕਸਟਮਰ ਵੀ ਲਿਖ ਸਕਦੇ ਹੋ, ਠੀਕ ਹੈ, ਬਿਜ਼ਨਸ ਟੂ ਕਸਟਮਰ। ਅੱਗੇ ਹੈਗਾ C2C। ਤਾਂ C2C ਕੀ ਹੈ, ਕਸਟਮਰ ਟੂ ਕਸਟਮਰ ਟੂ ਕਸਟਮਰ, ਠੀਕ ਹੈ, ਖਪਤਕਾਰ ਤੋਂ ਖਪਤਕਾਰ, C2C। ਅੱਗੇ ਹੈਗਾ NAD। ਤੇ ਇਹਦੀ ਫੁੱਲ ਫਾਰਮ ਆ ਜੂਗੀ ਨੈਸ਼ਨਲ ਅਕੈਡਮਿਕ ਡਿਪੋਜ਼ਟਰੀ। N ਫੋਰ ਨੈਸ਼ਨਲ, A ਫੋਰ ਅਕੈਡਮਿਕ, D ਫੋਰ ਡਿਪੋਜ਼ਟਰੀ, ਠੀਕ ਹੈ। ਤੇ ਨੈਕਸਟ ਹੈ UPI। ਤਾਂ ਇਹ ਬਣ ਜੂਗਾ UPI, U ਫੋਰ ਯੂਨੀਫਾਈਡ, P ਫੋਰ ਪੇਮੈਂਟ ਤੇ I ਫੋਰ ਇੰਟਰਫੇਸ। ਯੂਨੀਫਾਈਡ ਪੇਮੈਂਟ ਇੰਟਰਫੇਸ। ਨੈਕਸਟ ਹੈ ਚੈਪਟਰ ਨੰਬਰ 7th ਚੈਪਟਰ ਦੇ ਵਿੱਚ, ਹਾਂਜੀ, ਪੁਆਇੰਟਸ ਟੂ ਰਿਮੈਂਬਰ। ਇੰਪੋਰਟੈਂਟ ਵੈਬਸਾਈਟਸ ਨੇ। ਹਾਂਜੀ, ਫਸਟ ਹੈ ਦ ਔਨਲਾਈਨ ਸਰਵਿਸ ਆਫ ਗਵਰਨਮੈਂਟ ਇਜ਼ ਕਾਲਡ। ਹਾਂਜੀ, ਗਵਰਨਮੈਂਟ ਦੀ ਔਨਲਾਈਨ ਸਰਵਿਸ ਆ ਕੀ ਕਹਿਲਾਉਂਦੀ ਹੈ ਤਾਂ ਈ ਕਮਰਸ। ਅੱਗੇ ਹੈ G2C ਸਟੈਂਡ ਫੋਰ। ਤਾਂ G2C ਤੇ ਤਾਂ ਪਤਾ ਹੀ ਲੱਗ ਰਿਹਾ, G ਫੋਰ ਗਵਰਨਮੈਂਟ, C ਫੋਰ ਸਿਟੀਜ਼ਨ, ਗਵਰਨਮੈਂਟ ਟੂ ਸਿਟੀਜ਼ਨ। ਨੈਕਸਟ ਹੈ ਦ ਮੋਡਰਨ ਫਾਰਮ ਆਫ ਈ ਗਵਰਨੈਂਸ ਸਰਵਿਸ ਇਜ਼। ਤਾਂ ਮੋਡਰਨ ਦੇ ਵਿੱਚ ਕੀ ਆ ਜਾਂਦਾ ਈ ਗਵਰਨੈਂਸ ਦੇ ਵਿੱਚ ਤਾਂ ਸਮਾਰਟ ਗਵਰਨੈਂਸ। ਅੱਗੇ ਹਾਊ ਮੈਨੀ ਡਿਜਿਟ ਆਰ ਦੇਅਰ ਇਨ ਆਧਾਰ ਕਾਰਡ ਨੰਬਰ। ਤਾਂ ਕਿੰਨੇ ਡਿਜਿਟ ਹੁੰਦੇ ਨੇ 12। ਅੱਗੇ ਵਿਚ ਵਨ ਇਜ਼ ਦਾ ਪਾਰਟ ਆਫ ਇਨਫੋਰਮੇਸ਼ਨ ਸਿਸਟਮ। ਤਾਂ ਆਲ ਆਫ ਦੀਜ਼, ਡਾਟਾਬੇਸ ਐਂਡ ਪ੍ਰੋਸੀਜਰਸ, ਨੈਟਵਰਕ, ਹਾਰਡਵੇਅਰ ਐਂਡ ਸੋਫਟਵੇਅਰ, ਤਾਂ ਆਲ ਆਫ ਦੀਜ਼। ਤੇ ਨੈਕਸਟ ਹੈ ਫਿਲਿੰਗ ਦਾ ਬਲੈਂਕਸ ਨੇ ਇਹਦੇ ਵਿੱਚ। ਹਾਂਜੀ, ਦ ਸਰਵਿਸ ਐਂਡ ਫੈਸਿਲਿਟੀਜ਼ ਆਫ ਗਵਰਨਮੈਂਟ ਇਜ਼ ਡਿਵਾਈਡਡ ਇਨਟੂ ਡੈਸ਼ ਪਾਰਟ। ਤਾਂ ਡਿਵਾਈਡਡ ਇਨਟੂ 3 ਪਾਰਟਸ ਨੇ, 3 ਪਾਰਟਸ। ਅੱਗੇ ਹੈ ਡੈਸ਼ ਗਿਵਸ ਐਨ ਯੂਨੀਕ ਆਈਡੈਂਟੀਟੀ ਟੂ ਇੰਡੀਅਨ ਸਿਟੀਜ਼ਨ। ਤੇ ਇਹਦੇ ਵਿੱਚ ਆ ਜਾਊਗਾ ਆਧਾਰ ਨੰਬਰ ਸੈਕਿੰਡ ਦੇ ਵਿੱਚ ਆਧਾਰ ਨੰਬਰ ਇਹ ਫਸਟ 'ਚ ਸੀ। ਹਾਂਜੀ, ਅੱਗੇ ਹੈਗਾ ਥਰਡ ਹੈ ਇਨ ਪੰਜਾਬ ਐਟ ਵਿਲੇਜ ਲੈਵਲ ਡੈਸ਼ ਗਿਵਸ ਈ ਗਵਰਨੈਂਸ ਸਰਵਿਸ। ਤਾਂ ਸੇਵਾ ਕੇਂਦਰ, ਸੇਵਾ ਜਾਂ ਜਿਹੜੇ ਕਿ ਸੁਵਿਧਾ ਸੈਂਟਰ। ਹਾਂਜੀ, ਸੇਵਾ, ਠੀਕ ਆ, ਸਰਵ ਸੇਵਾ ਕੇਂਦਰ ਜਾਂ ਸੇਵਾ ਕੇਂਦਰਾ ਜਾਂ ਸਾਂਝ ਕੇਂਦਰਾ, ਠੀਕ ਹੈ। ਹਾਂਜੀ, ਅੱਗੇ ਹੈ ਡੈਸ਼ ਇਜ਼ ਯੂਜ਼ ਟੂ ਸੋਲਵ ਡਿਫੀਕਲਟ ਪ੍ਰੋਬਲਮਸ।
ਤਾਂ ਡਿਫੀਕਲਟ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿਹਨੂੰ ਯੂਜ਼ ਕਰਦੇ ਆ, ਤਾਂ ਇਹਦੇ ਵਿੱਚ ਆ ਜਾਊਗਾ ਐਕਸਪਰਟ ਸਿਸਟਮ, ਐਕਸਪਰਟ ਸਿਸਟਮ, ਐਕਸਪਰਟ ਸਿਸਟਮ। ਇਹ ਆ ਜਾਊਗਾ ਫੋਰਥ ਦੇ ਵਿੱਚ ਆਨਸਰ ਐਕਸਪਰਟ ਸਿਸਟਮ। ਹਾਂਜੀ, ਅੱਗੇ ਹੈ ਫਿਫਥ, ਸਮਾਰਟ ਕਾਰਡਸ ਆਰ ਸਿੰਬਲ ਆਫ। ਤਾਂ ਸਮਾਰਟ ਕਾਰਡ ਕਿਹਦੇ ਸਿੰਬਲ ਨੇ, ਸਮਾਰਟ ਗਵਰਨਮੈਂਟ ਦੇ, ਸਮਾਰਟ ਗਵਰਨੈਂਸ, 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 ਸਮਾਰਟ ਗਵਰਨੈਂਸ। ਹਾਂਜੀ, ਅੱਗੇ ਆ ਗਿਆ ਫੁੱਲ ਫਾਰਮਸ, UIDA, UID ਤਾਂ ਇਹਦੇ ਵਿੱਚ ਆ ਜਾਊਗਾ ਯੂਨੀਕ, ਤਾਂ ਫਸਟ ਦਾ ਆਨਸਰ ਆ ਜਾਊਗਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਤੇ ਅੱਗੇ ਹੈਗਾ G2G, ਤਾਂ G2G ਤਾਂ ਇਹ ਆ ਜਾਊਗਾ ਗਵਰਨਮੈਂਟ ਟੂ ਗਵਰਨਮੈਂਟ, G2G ਗਵਰਨਮੈਂਟ ਟੂ ਗਵਰਨਮੈਂਟ। ਹਾਂਜੀ, ਅੱਗੇ ਹੈਗਾ G2E ਤਾਂ ਇਹਦੇ ਗਵਰਨਮੈਂਟ ਟੂ ਇੰਪਲੋਏ, ਤਾਂ ਇਹ ਆ ਗਿਆ ਗਵਰਨਮੈਂਟ ਟੂ ਇੰਪਲੋਏ, ਗਵਰਨਮੈਂਟ ਟੂ ਇੰਪਲੋਏ। ਤੇ ਅੱਗੇ ਹੈਗਾ MIS, ਤਾਂ MIS ਇਹਦੇ ਵਿੱਚ ਆ ਜਾਊਗਾ, ਤਾਂ MIS ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ, ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ, M ਫੋਰ ਮੈਨੇਜਮੈਂਟ, I ਫੋਰ ਇਨਫੋਰਮੇਸ਼ਨ, S ਫੋਰ ਸਿਸਟਮ। ਤੇ ਅੱਗੇ ਹੈਗਾ DSS, ਤਾਂ DSS ਡਿਸੀਜ਼ਨ, ਡਿਸੀਜ਼ਨ, ਤਾਂ DSS ਡਿਸੀਜ਼ਨ ਸਪੋਰਟ ਸਿਸਟਮ, ਡਿਸੀਜ਼ਨ ਸਪੋਰਟ ਸਿਸਟਮ, D ਫੋਰ ਡਿਸੀਜ਼ਨ, S ਫੋਰ ਸਪੋਰਟ, S ਫੋਰ ਸਿਸਟਮ। ਹਾਂਜੀ, ਅੱਗੇ ਆ ਜਾਊਗਾ ਚੈਪਟਰ ਨੰਬਰ 8। ਹਾਂਜੀ, ਚੈਪਟਰ ਨੰਬਰ 8 ਦੇ ਵੀ ਕੀ ਪੁਆਇੰਟਸ ਯਾਦ ਕਰਨੇ ਨੇ, ਪੁਆਇੰਟਸ ਟੂ ਰਿਮੈਂਬਰ। ਹਾਂਜੀ, ਡੈਸ਼ ਟੂਲ ਅਲਾਉਜ਼ ਅਸ ਟੂ ਸਿਲੈਕਟ ਡਰਾਇੰਗ ਵਿਦ ਐਨ ਫਰੀ ਹੈਂਡ, ਤੇ ਇਹਦੇ ਵਿੱਚ ਆ ਜਾਊਗਾ B ਆਪਸ਼ਨ ਲੈਸੋ, ਠੀਕ ਹੈ। ਅੱਗੇ ਸ਼ਿਫਟ ਪਲੱਸ C ਇਜ਼ ਅ ਸ਼ਾਰਟਕਟ ਫੋਰ, ਤਾਂ ਸ਼ਿਫਟ ਪਲੱਸ C ਕਾਹਦੇ ਲਈ ਸ਼ਾਰਟਕਟ ਹੈ, ਟੂ ਕ੍ਰੌਪ ਐਨ ਇਮੇਜ, ਟੂ ਕ੍ਰੌਪ ਐਨ ਇਮੇਜ, ਠੀਕ ਹੈ, ਕ੍ਰੌਪ ਨੂੰ ਇਮੇਜ ਨੂੰ ਕ੍ਰੌਪ ਕਰਨ ਲਈ ਕੰਟਰੋਲ ਪਲੱਸ C। ਤੇ ਹਾਂਜੀ, ਅੱਗੇ ਸਕੇਲ ਆਪਸ਼ਨ ਇਜ਼ ਯੂਜ਼ ਟੂ ਚੇਂਜ ਦਾ ਡੈਸ਼ ਆਫ ਐਨ ਇਮੇਜ, ਤਾਂ ਸਕੇਲ ਆਪਸ਼ਨ ਕਾਹਦੇ ਲਈ ਯੂਜ਼ ਕੀਤੀ ਜਾਂਦੀ ਹੈ, ਇਮੇਜ ਦਾ ਕੀ ਕਰਨ ਲਈ, ਚੇਂਜ ਕਰਨ ਲਈ, ਸਾਈਜ਼ ਚੇਂਜ ਕਰਨ ਲਈ। ਅੱਗੇ ਹੈਗਾ ਫੋਰਥ, ਡੈਸ਼ ਇਜ਼ ਨੋਨ ਐਜ਼ ਦਾ ਗਰੁੱਪ ਆਫ ਸ਼ੀਟਸ ਲੁਕਿੰਗ ਐਟ ਈਚ ਅਦਰ, ਤਾਂ ਲੁਕਿੰਗ ਐਟ ਈਚ ਅਦਰ ਤਾਂ ਇਹਦਾ ਹੋਊਗਾ ਲੇਅਰਸ, ਲੇਅਰ ਇਜ਼ ਨੋਨ ਐਜ਼ ਗਰੁੱਪ ਆਫ ਸ਼ੀਟਸ ਲੁਕਿੰਗ ਐਟ ਈਚ ਅਦਰ। ਤੇ ਅੱਗੇ ਹੈ ਫਿਫਥ, ਡੈਸ਼ ਹੈਲਪਸ ਟੂ ਮੇਕ ਅ ਡੁਪਲੀਕੇਟ ਕਾਪੀ ਆਫ ਦਾ ਐਕਟਿਵ ਲੇਅਰ। ਹਾਂਜੀ, ਡੁਪਲੀਕੇਟ ਕਾਪੀ ਲੇਅਰ ਦੀ ਬਣਾਉਣ ਦੇ ਲਈ ਇਹਦੇ ਵਿੱਚ ਆ ਜਾਊਗਾ ਡੁਪਲੀਕੇਟ ਲੇਅਰ, ਡੁਪਲੀਕੇਟ ਲੇਅਰ। ਨੈਕਸਟ ਹੈ ਫਿਲਿੰਗ ਦਾ ਬਲੈਂਕਸ ਟੂ ਰੀਸਾਈਜ਼ ਦਾ ਲੇਅਰ ਆਫ। ਹਾਂਜੀ, ਸਾਈਜ਼ ਲੇਅਰ ਦਾ ਰੀਸਾਈਜ਼ ਚੇਂਜ ਕਰਨ ਲਈ ਕਿਹੜਾ ਟੂਲ ਵਰਤਿਆ ਜਾਂਦਾ, ਤਾਂ ਸਕੇਲ, ਸਕੇਲ, ਠੀਕ ਹੈ, ਸਕੇਲ ਫਸਟ ਦਾ ਆਨਸਰ ਸਕੇਲ। ਤੇ ਅੱਗੇ ਸੈਕਿੰਡ ਹੈ ਟੂ ਮੂਵ ਦਾ ਲੇਅਰਸ, ਲੇਅਰਸ ਨੂੰ ਮੂਵ ਕਰਨ ਲਈ ਤਾਂ ਕਿਹੜਾ ਟੂਲ ਵਰਤਿਆ ਜਾਊਗਾ, ਮੂਵ, ਸੈਕਿੰਡ ਦੇ ਵਿੱਚ ਮੂਵ। ਤੇ ਅੱਗੇ ਥਰਡ ਹੈ ਦਾ ਕੁਆਲਿਟੀ ਆਫ ਦਾ ਪਿਕਚਰ ਡੀਕਰੀਜ਼ ਵੈਨ ਦਾ ਪਿਕਚਰ ਇਜ਼। ਹਾਂਜੀ, ਪਿਕਚਰ ਦੀ ਕੁਆਲਿਟੀ ਕਦੋਂ ਡੀਕਰੀਜ਼ ਕੀਤੀ ਜਾਂਦੀ ਹੈ, ਵੈਨ ਦਾ ਪਿਕਚਰ ਇਜ਼ ਸਕੇਲਡ, ਜਦੋਂ ਪਿਕਚਰ ਸਕੇਲ ਕੀਤੀ ਜਾਊਗੀ, ਸਕੇਲਡ। ਇਹ ਸੀ ਥਰਡ ਦਾ ਆਨਸਰ, ਸਕੇਲਡ। ਤੇ ਅੱਗੇ ਆ ਜਾਊਗਾ ਫੋਰਥ ਦੇ ਵਿੱਚ ਐਨ ਇੰਪੋਰਟੈਂਟ ਪਾਰਟ ਆਫ ਇਮੇਜ ਵਿੰਡੋ ਇਜ਼ ਡੈਸ਼ ਵੇਅਰ ਦਾ ਪਿਕਚਰ ਇਜ਼ ਸ਼ੋਨ, ਤੇ ਇਹਦੇ ਵਿੱਚ ਆ ਜਾਊਗਾ ਕੈਨਵਸ, ਕੈਨਵਸ, ਕੈਨਵਸ। ਤੇ ਹਾਂਜੀ, ਅੱਗੇ ਸ਼ਾਰਟਕਟ ਕੀ ਸੀ, ਹਾਂਜੀ ਫਸਟ ਦਾ ਆਨਸਰ ਆ ਫੋਰ ਇਨਵਾਈਟਿੰਗ ਨਿਊ ਫਾਈਲ ਓਪਨ ਕਰਨ ਲਈ ਤਾਂ ਕੰਟਰੋਲ ਪਲੱਸ ਐਨ ਫੋਰ ਨਿਊ, ਠੀਕ ਹੈ। ਤੇ ਫੋਰ ਓਪਨਿੰਗ ਅ ਫਾਈਲ ਨੂੰ ਓਪਨ ਕਰਨ ਲਈ, ਇਹ ਨਿਊ ਫਾਈਲ ਬਣਾਉਣ ਦੇ ਲਈ ਕੰਟਰੋਲ ਪਲੱਸ ਐਨ, ਠੀਕ ਹੈ। ਤੇ ਇਹ ਫੋਰ ਓਪਨਿੰਗ ਅ ਫਾਈਲ ਨੂੰ ਓਪਨ ਕਰਨਾ ਤਾਂ ਕੰਟਰੋਲ ਪਲੱਸ ਓ, ਕੰਟਰੋਲ ਪਲੱਸ ਓ ਓਪਨਿੰਗ, ਓ ਫੋਰ ਓਪਨਿੰਗ, ਠੀਕ ਹੈ। ਤੇ ਨਿਊ ਫਾਈਲ ਤੇ ਐਨ। ਤੇ ਅੱਗੇ ਹੈ ਥਰਡ ਫੋਰ ਕ੍ਰੀਏਟਿੰਗ ਡੁਪਲੀਕੇਟ ਇਮੇਜ ਕਰਨ ਲਈ ਤਾਂ ਕੰਟਰੋਲ ਪਲੱਸ ਡੀ ਫੋਰ ਡੁਪਲੀਕੇਟ। ਤੇ ਅੱਗੇ ਹੈਗਾ ਫੋਰਥ ਨੰਬਰ 'ਤੇ ਆ
ਫੋਰ ਵਿਊਇੰਗ ਇਮੇਜ ਪ੍ਰੋਪਰਟੀਜ਼ ਤੇ ਇਹਦੇ ਵਿੱਚ ਆ ਜਾਊਗਾ ALT plus E। ਨੈਕਸਟ ਹੈ ਫੋਰ ਕ੍ਰੋਪਿੰਗ ਦਾ ਇਮੇਜ ਨੂੰ ਕ੍ਰੋਪ ਕਰਨ ਲਈ ਸ਼ਿਫਟ ਪਲੱਸ C ਕ੍ਰੋਪਿੰਗ C। ਅੱਗੇ ਹੈ ਫੋਰ ਮਰਜਿੰਗ ਲੇਅਰ ਨੂੰ ਮਰਜ ਕਰਨ ਲਈ ਕੰਟਰੋਲ ਪਲੱਸ M ਮਰਜ ਕਰਨ ਲਈ M ਫੋਰ ਮਰਜ, ਕੰਟਰੋਲ ਪਲੱਸ M ਸੀ ਉਹ, ਠੀਕ ਹੈ, ਮਰਜ ਕਰਨ ਲਈ। ਅੱਗੇ ਚੈਪਟਰ ਨੰਬਰ 9। ਹਾਂਜੀ, ਇਹਦੇ ਪੁਆਇੰਟਸ ਟੂ ਰਿਮੈਂਬਰ। फर्स्ट है इन ऑर्डर फॉर द कंप्यूटर टू प्ले ऑडियो फाइल्स डिफरेंट डैश आर रिक्वायर्ड। ताकि ऑडियो फाइल्स लिए की रिक्वायर्ड है ऑडियो कोड्स। अगे है डैश फॉर्मैट इज कॉमन ऑडियो फॉर्मैट दैट इज प्लेड एक्सटेंसिवली ऑन इलैक्ट्रॉनिक डिवाइस। तो केड़ा MP3। नैक्सट है ऑडियो फाइल्स आर स्टोर्ड ऑन द ऑडियो CD इन डैश फॉर्मैट। तो ऑडियो फाइल्स कितने स्टोर होंदियां ने ऑडियो CD ते। तो ये जी कि राइट ऑप्शन D CDA। हाँ जी, अगे है फोर्थ द इफैक्ट अपलाइड बिटवीन टू वीडियो क्लिप्सिज। तो टू वीडियो क्लिप्स से की होगा तो ये आ जाऊगा साउंड। टू वीडियो क्लिप्स इज कॉल्ड साउंड। नैक्सट है हाँ जी, अगे फिफ्थ द प्रोसैस ऑफ डिवाइडिंग द वीडियो इनटू सैक्शन इज कॉल्ड। तो ये आ जाऊगा स्पलिटिंग, B ऑप्शन स्पलिटिंग। नैक्सट है अगे फिलिंग द ट्रू फॉल्स ने तो फुल फॉर्म्स ने। तो ट्रू फॉल्स दे विच आ जाऊगा द प्रोसैस ऑफ मेकिंग अ मूवी इज डिवाइडिड इनटू 5 स्टेजिस। तो 5 स्टेजिस नहीं होंदियां तो फॉल्स। नैक्सट है सैकेंड वीडियो एडिटिंग वर्क्स विद ओनली वन क्लिप वीडियो ये भी फॉल्स है, ठीक है, वन वीडियो क्लिप्स ये भी फॉल्स है। तो आगे है मर्जिंग अ वीडियो मीन स्प्लिटिंग द क्लिप इनटू सैवरल पार्ट्स। तो ये भी फॉल्स है, सैवरल पार्ट्स के विच नहीं। अगे है इट इज़ एडवाइजेबल टू सेव द प्रोजैक्ट बिफोर द स्टार्टिंग द प्रोसैस ऑफ एक्सपोर्टिंग अ वीडियो फाइल तो ट्रू है। तो अगे है MPEG फॉर वीडियो फॉर्मेट यूजेस डिफरेंट कंपैरिजन्स फॉर ऑडियो एंड वीडियो ट्रैक्स द ट्रू है। मतलब कि फर्स्ट 3 फॉल्स ने, बाकी लास्ट वाले 2 जिहड़े कि ट्रू ने, फर्स्ट 3 फॉल्स ने। हाँ जी, अगे फुल फॉर्म्स ने। हाँ जी, फुल फॉर्म MP4 मूविंग पिक्चर एक्सपर्ट ग्रुप 4 MP3 MPEG ऑडियो लेयर 3 WMV विंडोज़ मीडिया वीडियो FLV फ्लैश वीडियो AVI ऑडियो वीडियो इंटरलिप्ड। सो ये सी जिहड़े कि फुल फॉर्म्स। सो तुहाडे 9 ਦੇ 9 चैप्टर्स कंप्लीट इन इंग्लिश मीडियम। थैंक्स।